ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਪਫੁਲੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਪਿਛਲੇ ਵੀਡੀਓਜ਼ ਤੋਂ ਕੁਝ ਸੈਟੀਸਫਾਈਡ ਵੀ ਹੋਵੋਗੇ। ਅੱਜ ਦਾ ਜੋ ਅਸੀਂ ਵੀਡੀਓ ਡਿਸਕਸ ਕਰਨ ਜਾ ਰਹੇ ਹਾਂ ਉਹ ਅਸੀਂ ਕਰਾਂਗੇ ਟੌਪਿਕ ਕਵਰ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਦੇ ਉੱਤੇ। ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਬੇਸਿਕਲੀ ਕੀ ਚੀਜ਼ ਹੈ, ਇਸ ਨੂੰ ਅਸੀਂ ਐਨੋਡਿਕ ਮਸ਼ੀਨਿੰਗ ਵੀ ਕਹਿੰਦੇ ਹਾਂ, ਨਾਲ ਹੀ ਇਸ ਦਾ ਇੱਕ ਹੋਰ ਨਾਮ ਵੀ ਹੈ ਇਲੈਕਟ੍ਰੋਲਾਈਟਿਕ ਗ੍ਰਾਈਂਡਿੰਗ। ਹੁਣ ਇਹਦੇ ਦੋ ਤਿੰਨ ਨਾਮ ਜਿਹੜੇ ਪਏ ਨੇ ਇਹ ਕਿਸ ਬਿਹਾਫ ਦੇ ਉੱਤੇ ਅਸੀਂ ਰੱਖੇ ਆ, ਸੋ ਆਓ ਥੋੜ੍ਹਾ ਜਿਹਾ ਇਹਦਾ ਕੰਸੈਪਟ ਦੇਖਦੇ ਹਾਂ। ਬੇਸਿਕਲੀ ਇਹਦਾ ਨਾਮ ਕੀ ਹੈ, ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ। ਇਲੈਕਟ੍ਰੋ ਮਤਲਬ ਇਲੈਕਟ੍ਰੀਸਿਟੀ ਦੀ ਹੈਲਪ ਦੇ ਨਾਲ ਇਹਦੇ ਅੰਦਰ ਕੁਛ ਨਾ ਕੁਛ ਕੈਮੀਕਲ ਰਿਐਕਸ਼ਨ ਅਸੀਂ ਕਰਵਾਉਣਾ ਹੈ। ਉਸ ਕੈਮੀਕਲ ਰਿਐਕਸ਼ਨ ਦੀ ਹੈਲਪ ਦੇ ਨਾਲ ਅਸੀਂ ਕੁਛ ਗ੍ਰਾਈਂਡਿੰਗ ਦਾ ਪ੍ਰੋਸੈਸ ਜੋ ਹੈ ਉਹ ਅਚੀਵ ਕਰਨਾ, ਤਾਂ ਕਰਕੇ ਇਸ ਦਾ ਨਾਮ ਜੋ ਅਸੀਂ ਰੱਖਿਆ ਹੈ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਹੈ। ਸੋ ਜਿਵੇਂ ਤੁਸੀਂ ਫਸਟ ਲਾਈਨ ਦੇਖ ਵੀ ਸਕਦੇ ਹੋ, ਇੱਥੇ ਲਿਖਿਆ ਹੋਇਆ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਇਜ਼ ਦਾ ਮੋਡੀਫਿਕੇਸ਼ਨ ਆਫ ਗ੍ਰਾਈਂਡਿੰਗ ਐਂਡ ਇਲੈਕਟ੍ਰੋਕੈਮੀਕਲ ਮਸ਼ੀਨਿੰਗ। ਕਿ ਇਲੈਕਟ੍ਰੋਕੈਮੀਕਲ ਮਸ਼ੀਨਿੰਗ ਦਾ ਅਤੇ ਗ੍ਰਾਈਂਡਿੰਗ ਦਾ ਇੱਕ ਮੋਡੀਫਾਈਡ ਫਾਰਮ ਹੈ ਜਿਸ ਨੂੰ ਅਸੀਂ ਨਾਮ ਦੇਤਾ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ। ਸੋ ਆਓ ਸਭ ਤੋਂ ਪਹਿਲਾਂ ਅਸੀਂ ਇਹਦੇ ਪ੍ਰਿੰਸੀਪਲ ਦੇ ਬਾਰੇ ਗੱਲ ਕਰੀਏ, ਕਿਸ ਸਿਧਾਂਤ ਦੇ ਉੱਤੇ ਇਹ ਕੰਮ ਕਰਦਾ। ਸੋ ਇਸ ਦੇ ਪ੍ਰਿੰਸੀਪਲ ਨੂੰ ਸਮਝਣ ਦੇ ਲਈ ਨਾ ਅਸੀਂ ਪਹਿਲਾਂ ਇੱਕ ਡਾਇਗਰਾਮ ਦੇਖਦੇ ਹਾਂ ਕਿ ਉਸ ਡਾਇਗਰਾਮ ਦੀ ਹੈਲਪ ਦੇ ਨਾਲ ਅਸੀਂ ਸਮਝਾਂਗੇ ਕਿ ਇਸ ਦਾ ਜੋ ਪ੍ਰਿੰਸੀਪਲ ਹੈ ਜਾਂ ਜੋ ਇਸ ਦਾ ਵਰਕਿੰਗ ਹੈ ਉਹ ਕਿਸ ਤਰੀਕੇ ਦੇ ਨਾਲ ਇਹ ਕੰਮ ਕਰਦਾ। ਸੋ ਆਓ ਸਭ ਤੋਂ ਪਹਿਲਾਂ ਇਹਦਾ ਡਾਇਗਰਾਮ ਦੇਖੀਏ। ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹਿਆ ਸੀ ਕਿ ਜਿੰਨੇ ਵੀ ਸਾਡੇ ਕੋਲ ਨਾਨ ਟ੍ਰੈਡੀਸ਼ਨਲ ਪ੍ਰੋਸੈਸਿਸ ਨੇ, ਜਿੰਨੇ ਅਨਕਨਵੈਨਸ਼ਨਲ ਪ੍ਰੋਸੈਸਿਸ ਨੇ, ਉਹਨਾਂ ਦੇ ਵਿੱਚ ਕਦੇ ਵੀ ਟੂਲ ਅਤੇ ਵਰਕਪੀਸ ਦਾ ਫਿਜ਼ੀਕਲ ਕੰਟੈਕਟ ਨਹੀਂ ਹੁੰਦਾ। ਐਜ਼ ਪਰ ਅਕੋਰਡਿੰਗ ਟੂ ਦੈਟ, ਹੁਣ ਇੱਥੇ ਦੇਖੋ ਤੁਹਾਡੇ ਕੋਲ ਇੱਕ ਸਰਕੂਲਰ ਫਾਰਮ ਦੇ ਵਿੱਚ ਇੱਕ ਡਾਇਗਰਾਮ ਰਿਪਰੈਜ਼ੈਂਟ ਹੋ ਰਿਹਾ, ਜਿਸ ਜਗ੍ਹਾ ਦੇ ਉੱਤੇ ਤੁਹਾਡੇ ਕੋਲ ਇੱਥੇ ਦੇਖੋ ਕੀ ਲਿਖਿਆ ਹੋਇਆ, ਵਰਕਪੀਸ ਜਿਹਨੂੰ ਅਸੀਂ ਐਨੋਡ ਕਿਹਾ ਹੈ, ਪੋਜ਼ਿਟਿਵਲੀ ਚਾਰਜ ਹੋਏਗਾ ਇਹ ਇਲੈਕਟ੍ਰੋਡ। ਜਿਵੇਂ ਕਿ ਜਾਣਦੇ ਹਾਂ ਅਸੀਂ ਕਿ ਇਸ ਦੇ ਪ੍ਰੋਸੈਸ ਦੇ ਵਿੱਚ ਸਾਡੇ ਕੋਲ ਜਦੋਂ ਤੱਕ ਇਲੈਕਟ੍ਰੀਸਿਟੀ ਅਸੀਂ ਪਾਸ ਨਹੀਂ ਕਰਾਂਗੇ, ਡੀਸੀ ਕਰੰਟ ਸਪਲਾਈ ਨਹੀਂ ਕਰਾਂਗੇ, ਤਾਂ ਸਾਡਾ ਪ੍ਰੋਸੈਸ ਵਰਕਿੰਗ ਕੰਡੀਸ਼ਨ ਦੇ ਵਿੱਚ ਨਹੀਂ ਹੋਏਗਾ। ਸੋ ਅਸੀਂ ਇਸ ਵਰਕਪੀਸ ਨੂੰ ਐਨੋਡ ਬਣਾਤਾ। ਇਸ ਜੋ ਸਾਡਾ ਗ੍ਰਾਈਂਡਿੰਗ ਵੀਲ ਹੈ, ਆਹ ਵਾਲੀ ਸਾਈਡ ਸਾਡੀ ਗ੍ਰਾਈਂਡਿੰਗ ਵੀਲ ਦੀ ਹੈ, ਔਰ ਇੱਥੇ ਤੁਸੀਂ ਬਲੈਕਿਸ਼ ਕਲਰ ਦਾ ਜੋ ਰੀਜ਼ਨ ਦੇਖ ਰਹੇ ਹੋ, ਇਹ ਖਾਲੀ ਸਪੇਸ ਆ, ਇਹ ਇੰਟਰਫੇਸ ਬਿਟਵੀਨ ਦਾ ਵਰਕਪੀਸ ਐਂਡ ਟੂਲ ਹੈ ਜਿਹੜਾ ਕਿ ਸਾਡੇ ਕੋਲ ਖਾਲੀ ਹੈ। ਇਸ ਪੂਰੇ ਦੇ ਪੂਰੇ ਇੰਟਰਫੇਸ ਦੇ ਵਿੱਚ ਅਸੀਂ ਕੁਛ ਇਲੈਕਟ੍ਰੋਲਾਈਟ ਜਿਹੜਾ ਹੈ ਉਹਨੂੰ ਅਸੀਂ ਇੰਟਰੋਡਿਊਸ ਕਰਾਂਗੇ, ਜੋ ਕਿ ਪੂਰੇ ਦੇ ਪੂਰੇ ਪ੍ਰੋਸੈਸ ਦੇ ਵਿੱਚ ਕੈਮੀਕਲ ਰਿਐਕਸ਼ਨ ਨੂੰ ਸਕਸੈਸਫੁਲ ਕਰਨ ਦੇ ਲਈ ਰਿਸਪੌਂਸੀਬਲ ਹੋਏਗਾ। ਸੋ ਇਸ ਕੇਸ ਦੇ ਵਿੱਚ ਅਸੀਂ ਦੇਖੋ ਸਾਡੇ ਕੋਲ ਕੁਛ ਪਾਰਟੀਕਲਸ ਇੱਥੇ ਸ਼ੋ ਕੀਤੇ ਗਏ ਨੇ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਗ੍ਰਾਈਂਡਿੰਗ ਵੀਲ ਹੁੰਦਾ ਉਹ ਸਾਡੇ ਕੋਲ ਬੇਸਿਕਲੀ ਦੋ ਤਰ੍ਹਾਂ ਦੇ ਕੰਪੋਨੈਂਟਸ ਨੂੰ ਮਿਲ ਕੇ ਬਣਦਾ, ਜਿਹਦੇ ਵਿੱਚ ਅਸੀਂ ਅਬਰੈਸਿਵ ਪਾਰਟੀਕਲਸ ਲੈਂਦੇ ਹਾਂ ਐਂਡ ਨਾਲ ਹੀ ਸਾਡੇ ਕੋਲ ਕੁਛ ਬੌਂਡਿੰਗ ਮਟੀਰੀਅਲ ਹੁੰਦਾ। ਹੁਣ ਬੌਂਡਿੰਗ ਮਟੀਰੀਅਲ ਦਾ ਕੀ ਕੰਮ ਆ ਕਿ ਜਿੰਨੇ ਸਾਡੇ ਅਬਰੈਸਿਵ ਪਾਰਟੀਕਲਸ ਨੇ, ਜਿਵੇਂ ਕਿ ਇੱਥੇ ਡਾਇਗਰਾਮਸ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਡਾਇਮੰਡ ਦੇ ਕੁਝ ਅਬਰੈਸਿਵ ਪਾਰਟੀਕਲਸ ਲਏ ਨੇ ਸਾਰੇ ਦੇ ਸਾਰੇ। ਇਹਨਾਂ ਡਾਇਮੰਡ ਦੇ ਪਾਰਟੀਕਲਸ ਨੂੰ ਆਪਸ ਦੇ ਵਿੱਚ ਜੋੜ ਕੇ ਰੱਖਣ ਦਾ ਜੋ ਕੰਮ ਕਰਨਾ ਉਹ ਕਿਹਨੇ ਕਰਨਾ ਹੈ ਜੀ, ਬੌਂਡਿੰਗ ਮਟੀਰੀਅਲ ਨੇ। ਔਰ ਇਸ ਕੇਸ ਦੇ ਵਿੱਚ ਸਾਡੇ ਕੋਲ ਜਿਹੜਾ ਬੌਂਡਿੰਗ ਮਟੀਰੀਅਲ ਹੋਏਗਾ ਉਹ ਸਾਡੇ ਕੋਲ ਸੈਮੀ ਕੰਡਕਟਿਵ ਮਟੀਰੀਅਲ ਹੋਏਗਾ, ਐਂਡ ਜਿਹੜੇ ਸਾਡੇ ਕੋਲ ਅਬਰੈਸਿਵ ਪਾਰਟੀਕਲਸ ਹੋਣਗੇ ਜਿਹੜੇ ਡਾਇਮੰਡ ਦੇ ਨੇ ਉਹ ਸਾਡੇ ਕੋਲ ਐਜ਼ ਆ ਇਨਸੂਲੇਟਰ ਕੰਮ ਕਰਨਗੇ। ਸੋ ਪੂਰੇ ਡਾਇਗਰਾਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਹੀ ਸਾਡਾ ਜੋ ਅਬਰੈਸਿਵ ਵੀਲ ਹੈ, ਜੋ ਗ੍ਰਾਈਂਡਿੰਗ ਵੀਲ ਹੈ, ਉਹ ਸਾਡੇ ਕੋਲ ਵਰਕਪੀਸ ਦੇ ਨੇੜੇ ਗਿਆ, ਇਲੈਕਟ੍ਰੋਲਾਈਟ ਦੀ ਫਿਲਮ ਉਹਦੇ ਵਿੱਚੋਂ ਦੀ ਇੱਕ ਪਾਸ ਕੀਤੀ, ਔਰ ਉਸ ਦੌਰਾਨ ਕੁਝ ਪ੍ਰੋਸੈਸ ਹੋਏਗਾ ਜਿਹੜਾ ਕਿ ਇੱਥੇ ਹੈਲਪ ਕਰੇਗਾ ਉਸ ਦੀ ਡਾਇਰੈਕਟ ਐਂਡ ਇਨਡਾਇਰੈਕਟ ਕਟਿੰਗ ਦੇ ਲਈ। ਹੁਣ ਇੱਥੇ ਮੈਂ ਡਾਇਰੈਕਟ ਤੇ ਇਨਡਾਇਰੈਕਟ ਕਟਿੰਗ ਦੇ ਲਈ ਕਿਉਂ ਕਹਿ ਰਿਹਾ, ਕਿਉਂਕਿ ਕੁਝ ਕਟਿੰਗ ਐਕਸ਼ਨ ਜਿਹੜਾ ਹੈ ਉਹ ਅਬਰੈਸਿਵ ਵੀਲ ਦੇ ਦੁਆਰਾ ਹੋਏਗਾ, ਐਂਡ ਬਾਕੀ ਮੈਕਸਿਮਮ ਪਾਰਟ ਜੋ ਹੈ ਉਹ ਸਾਡੇ ਕੋਲ ਕੈਮੀਕਲ ਰਿਐਕਸ਼ਨ ਦੇ ਥਰੂ ਉੱਥੋਂ ਮਟੀਰੀਅਲ ਰਿਮੂਵ ਹੋਏਗਾ। ਸੋ ਆਓ ਦੇਖਦੇ ਹਾਂ, ਇਹਨੂੰ ਪੜ੍ਹਦੇ ਹਾਂ ਜ਼ਰਾ। ਹੁਣ ਆਈ ਥਿੰਕ ਤੁਸੀਂ ਡਾਇਗਰਾਮ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ। ਸੋ ਆਓ ਦੇਖਦੇ ਹਾਂ ਜੀ। ਨੈਕਸਟ ਉਹ ਕਹਿ ਰਿਹਾ, ਦ ਫੰਡਾਮੈਂਟਲ ਪ੍ਰਿੰਸੀਪਲ ਆਫ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਇਜ਼ ਟੂ ਐਨਟ੍ਰੈਪ ਇਨ ਸਮਾਲ ਕੈਵਿਟੀਜ਼ ਆਫ ਦ ਸੈਮੀ ਕੰਡਕਟਿਵ ਆਕਸਾਈਡ ਬਿਟਵੀਨ ਦ ਪ੍ਰੋਜੈਕਟਿੰਗ ਨਾਨ ਕੰਡਕਟਿਵ ਐਬਰੈਸਿਵ ਫਾਰਮਿੰਗ ਇਲੈਕਟ੍ਰੋਲਾਈਟਿਕ ਸੈੱਲ। ਸੋ ਇਸ ਜਗ੍ਹਾ 'ਤੇ ਕੀ ਕਹਿ ਰਿਹਾ, ਜਿਵੇਂ ਹੁਣੀ ਅਸੀਂ ਡਾਇਗਰਾਮ ਦੇ ਵਿੱਚ ਵੀ ਦੇਖਿਆ ਸੀਗਾ ਕਿ ਸਾਡੇ ਕੋਲ ਕੁਛ ਕੰਡਕਟਿਵ ਅਤੇ ਨਾਨ ਕੰਡਕਟਿਵ ਮਟੀਰੀਅਲਸ ਮਿਲ ਕੇ ਇੱਕ ਇਲੈਕਟ੍ਰੋਲਾਈਟਿਕ ਸੈੱਲ ਬਣਾਉਣਗੇ, ਜਿਹਦੇ ਵਿੱਚ ਅਸੀਂ ਦੇਖਿਆ ਕਿ ਪੋਜ਼ਿਟਿਵਲੀ ਜੋ ਸਾਡਾ ਚਾਰਜਡ ਵਰਕਪੀਸ ਹੈ ਜਿਹਨੂੰ ਅਸੀਂ ਐਨੋਡ ਕਿਹਾ ਹੈ, ਔਰ ਦੂਸਰੀ ਸਾਈਡ 'ਤੇ ਸਾਡੇ ਕੋਲ ਨੈਗੇਟਿਵਲੀ ਚਾਰਜ ਸਾਡਾ ਕੈਥੋਡ ਹੈ। ਤਾਂ ਕੈਥੋਡ ਦੇ ਉੱਤੇ ਸਾਡੇ ਕੋਲ ਕੁਛ ਕੰਡਕਟਿਵ ਪਾਰਟੀਕਲਸ ਨੇ ਜਿਨ੍ਹਾਂ ਨੂੰ ਅਸੀਂ ਬੌਂਡਿੰਗ ਮਟੀਰੀਅਲ ਕਿਹਾ ਹੈ,
ਐਂਡ ਕੁਝ ਸਾਡੇ ਕੋਲ ਇਨਸੂਲੇਟਰ ਮਟੀਰੀਅਲ ਹੈ ਜਿਹੜੇ ਕਿ ਸਾਡੇ ਐਬਰੈਸਿਵ ਪਾਰਟੀਕਲਸ ਨੇ। ਦੋਨਾਂ ਨੂੰ ਮਿਲਾ ਕੇ ਸਾਡੇ ਕੋਲ ਇੱਕ ਇਲੈਕਟ੍ਰੋਲਾਈਟਿਕ ਸੈੱਲ ਬਣ ਜਾਏਗਾ। ਸੋ ਵੈਨ these cells come in contact with the work, the current flows from the wheel to the work, this leads to the electrochemical decomposition of the work। कि जिमें ही साडे इलैक्ट्रोलाइटिक सैल कॉन्टैक्ट ਦੇ ਵਿੱਚ ਆਏਗਾ ਵਰਕ ਪੀਸ ਦੇ, ਮਤਲਬ ਨੇੜੇ ਆਏਗਾ, ਤਾਂ ਵਿੱਚੋਂ ਦੀ ਆਪਣੇ ਕੋਲ ਇਲੈਕਟ੍ਰੋਲਾਈਟ ਫਲੋ ਹੋ ਰਿਹਾ, ਤਾਂ ਉਸ ਦੌਰਾਨ ਕੀ ਚੀਜ਼ ਹੈ ਕਿ ਜਦੋਂ ਕਰੰਟ ਫਲੋ ਕੀਤਾ ਤਾਂ ਉਸ ਦੌਰਾਨ ਸਾਡੇ ਕੋਲ ਇਲੈਕਟ੍ਰੋਕੈਮੀਕਲ ਡੀਕੰਪੋਜੀਸ਼ਨ ਜਿਹੜੀ ਹੈ ਵਰਕ ਦੀ ਉਹ ਸਟਾਰਟ ਹੋ ਗਈ। ਸੋ ਨੈਕਸਟ ਤੁਸੀਂ ਇੱਥੇ ਪੜ੍ਹ ਵੀ ਸਕਦੇ ਹੋ, ਕਹਿੰਦਾ ਕਿ ਸਾਡੇ ਕੋਲ ਜਿਹੜੀ ਇਰੋਜ਼ਨ ਹੋ ਰਹੀ ਆ, ਜਿਹੜਾ ਐਬਰੈਸਿਵ ਐਕਸ਼ਨ ਹੋ ਰਿਹਾ ਇਸ ਵਰਕ ਤੇ ਟੂਲ ਦੇ ਵਿੱਚ, ਤਾਂ ਉਸ ਦੌਰਾਨ ਸਾਡੇ ਕੋਲ ਸਿਰਫ 10% ਜਿਹੜਾ ਹੈ ਵਰਕ ਮੈਟਲ ਹੈ ਉਹ ਰਿਮੂਵ ਕੀਤਾ ਜਾਂਦਾ ਬਾਈ ਐਬਰੈਸਿਵ ਐਕਸ਼ਨ। ਕਿ ਜਿਹੜਾ ਆਪਣੇ ਕੋਲ ਗ੍ਰਾਈਂਡਿੰਗ ਪਾਰਟੀਕਲਸ ਨੇ, ਜਿਨ੍ਹਾਂ ਨੂੰ ਆਪਾਂ ਐਬਰੈਸਿਵ ਪਾਰਟੀਕਲਸ ਕਿਹਾ ਗ੍ਰਾਈਂਡਿੰਗ ਵੀਲ ਦੇ, ਉਹ ਸਿਰਫ 10% ਹੀ ਮਟੀਰੀਅਲ ਰਿਮੂਵ ਕਰਨਗੇ। ਬਾਕੀ 90% ਜਿਹੜਾ ਹੈ ਸਾਡੇ ਕੋਲ ਮਟੀਰੀਅਲ ਰਿਮੂਵਲ ਵਰਕ ਦੇ ਵਿੱਚੋਂ ਉਹ ਇਲੈਕਟ੍ਰੋਕੈਮੀਕਲ ਐਕਸ਼ਨ ਦੇ ਨਾਲ ਹੋਏਗਾ, ਡੀਕੰਪੋਜੀਸ਼ਨ ਦੇ ਥਰੂ। ਸੋ ਇਹਦੇ ਨਾਲ ਹੀ ਸਾਡਾ ਪ੍ਰਿੰਸੀਪਲ ਖਤਮ ਹੈ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਸ ਪ੍ਰੋਸੈਸ ਦਾ ਸਾਡੇ ਕੋਲ ਪ੍ਰੋਸੈਸ ਕੀ ਹੈ, ਕੰਸਟਰਕਸ਼ਨ ਕਿਸ ਤਰ੍ਹਾਂ ਹੈ, ਵਰਕਿੰਗ ਕਿਸ ਤਰ੍ਹਾਂ ਹੈ। ਸੋ ਆਓ ਗੱਲ ਕਰਦੇ ਹਾਂ ਨੈਕਸਟ। ਇਹਦੇ ਪ੍ਰੋਸੈਸ ਦੇ ਵਿੱਚ ਫਰਦਰ ਉਹ ਸਾਨੂੰ ਸਮਝਾ ਰਿਹਾ ਜੀ, ਕਹਿੰਦਾ ਗ੍ਰਾਈਂਡਿੰਗ ਵੀਲ ਜਿਹੜਾ ਹੈ ਉਹ ਮਾਊਂਟ ਕੀਤਾ ਹੋਏਗਾ ਸਪਿੰਡਲ ਦੇ ਉੱਤੇ, ਜੋ ਕਿ ਰੋਟੇਟ ਕਰੇਗਾ, ਜੋ ਕਿ ਇੱਕ ਸੂਟੇਬਲ ਬੀਅਰਿੰਗਸ ਦੇ ਅੰਦਰ ਸਾਡੇ ਕੋਲ ਰੋਟੇਟ ਕਰੇਗਾ। ਔਰ ਜਿਹੜਾ ਵਰਕ ਪੀਸ ਹੈ ਉਸ ਨੂੰ ਅਸੀਂ ਹੈਲਡ ਕਰਕੇ ਰੱਖਣਾ ਹੈ ਮਸ਼ੀਨ ਟੇਬਲ ਦੇ ਉੱਤੇ ਵਿਦ ਸੂਟੇਬਲ ਫਿਕਸਚਰ। तो नाल ही गल कर रहे ग्राइंडिंग व्हील इज़ कनैक्टेड टू अ नैगेटिव टर्मिनल कॉल्ड कैथोड एंड वर्क पीस इज़ द एनोड कनैक्टेड टू द पॉजिटिव टर्मिनल। हुण नैक्सट असीं डायग्राम दे विच भी ये चीज़ां देखांगे कि जो साडा वर्क पीस होएगा उसनूं असीं एनोड बना के पॉजिटिव टर्मिनल दे नाल अटैच कर देना और जिहड़ा साडा व्हील है उसनूं असीं नैगेटिव टर्मिनल दे नाल जोड़ के कैथोड बना देना। एंड इन बिटवीन जदों असीं कुछ डीसी पावर सप्लाई कीती जिहदी की वोल्टेज होएगी साडे कोल 2 तो लैके 30 वोल्ट तक और जो कि ऑटोमैटिक वोल्टेज एडजस्टमेंट होएगी, मतलब अपने आप वो अपने आप नूं एडजस्ट कर सकती है अकॉर्डिंग टू द लोड। तो इस तरीके दे नाल जो अपने कोल ग्राइंडिंग स्पीड जो सरफेस स्पीड सानू मिलेगी वो कुछ इस तरीके नाल होएगी 1500 मीटर पर मिनट तक दी असी जो स्पीड है वो अटेन कर सकते हैं। नैक्सट वो गल कर रहा कहता कि जो इस केस दे विच असी इलैक्ट्रोलाइट यूज़ करना वो साडे कोल सोडियम नाइट्रेट हो सकदा, सोडियम क्लोराइड हो सकदा, सोडियम नाइट्राइट हो सकदा, पोटैशियम नाइट्राइट हो सकदा, जिहदी कंसनट्रेशन साडे कोल कुछ इस तरह की होएगी 0.15 तो लैके 0.3 kg पर लीटर ऑफ वाटर स्टोर्ड इन द टैंक। कि जिन्ना वाटर असी स्टोर किया होया टैंक दे विच उस दी प्रपोर्शन असी इन्नी अमाउंट उस दे विच मिक्सअप कर सकते हैं, जिहड़ा कि असी हुण इलैक्ट्रोलाइट करना की है द गैप बिटवीन व्हील एंड वर्क पीस जिहड़ा है उस जगह ते असी उसनूं पंप अप करना जो कि उस कैमिकल रिएक्शन नूं होण दे लई रिस्पोंसिबल करेगा। नाले वो गल कर रहा कहता करंट फ्लोज फ्रॉम ग्राइंडिंग व्हील टू द वर्क पीस थ्रू द इलैक्ट्रोलाइट which leads to an electrochemical oxidation on the work surface। कि जिमें ही साडे कोल जो करंट है डीसी सप्लाई असी जो सप्लाई की सी ਉਹ ग्राइंडिंग व्हील तो वर्क ते आऊगी तो उस दौरान की होगा इलैक्ट्रोकैमिकल ऑक्सीडेशन जिहड़ी है वो स्टार्ट हो जाएगी वर्क पीस के उत्ते, जिस दे करके की है एक ऑक्साइड की फिल्म जिहड़ी है वो वर्क सरफेस के उत्ते बन जाऊगी, जिहड़ी कि हौली हौली ग्राइंडिंग व्हील के द्वारा एब्रेसिव पार्टिकल्स के द्वारा रिमूव कर ली जाऊगी, जिहदे करके सानू एक हाई एक्यूरेट जिहड़ी आ फिनिश जिहड़ी आ वो मिल जाती है वर्क पीस के उत्ते। सो आओ नैक्सट हुण इहदे डायग्राम दे तो नज़र मारते हैं कि इहदे विच किहड़े-किहड़े कंपोनेंट लगे आ, तो इहदी प्रोसैस नूं एक बारी दोबारा तो फिर डिस्कस करते हैं। तो तुसी देख पा रहे हैं जी सामने स्क्रीन के उत्ते तुहाडे कोल एक सैटअप दिता होया, जिस दे विच असी सब तो पहला जे गल कर लीए दो जिहड़े मेन कंपोनेंट्स ने जिहड़े अपने मेन पार्टिसिपेंट ने, जिहदे विच साडा एक वर्क पीस है इत्थे जिथे असी नाल एनोड भी लिखिया होया, नाल उहदे ग्राइंडिंग व्हील है जिहड़ा कि साडे कोल एक एब्रेसिव व्हील भी जिन्हों असी कह दिंदे आ। सो इन्हां दोवां दे विच ही असी वर्किंग करवाउणी आ और इस जगह ते जो साडा वर्क पीस है उसनूं असी फिक्सचर दे नाल बन्निया होया और फिक्सचर कित्थे लग्या होया जी वर्किंग टेबल दे उत्ते, और पूरे दे पूरे सिस्टम नूं असी पॉजिटिव सप्लाई देती और इनू जोड़ता एक डीसी पावर सोर्स दे नाल। और दूसरी साइड ते साडे कोल जिहड़ा ग्राइंडिंग व्हील सी, हुण ग्राइंडिंग व्हील नूं असी बुशिस दे द्वारा
ਅੱਗੇ ਕੰਟੈਕਟ ਕੀਤਾ ਹੋਇਆ ਇਲੈਕਟ੍ਰਿਕ ਸਪਲਾਈ ਦਿੱਤੀ ਹੋਈ ਆ ਜਿਹਨੂੰ ਕਿ ਅਸੀਂ ਨੈਗੇਟਿਵ ਟਰਮੀਨਲ ਦੇ ਨਾਲ ਜੋੜ ਕੇ ਕੈਥੋਡ ਬਣਾਤਾ। ਸੋ ਇਹ ਤਾਂ ਹੋ ਗਏ ਸਾਡੇ ਦੋ ਟਰਮੀਨਲਸ ਜਿਹਨੂੰ ਅਸੀਂ ਡੀਸੀ ਪਾਵਰ ਸੋਰਸ ਦੇ ਨਾਲ ਜੋੜਿਆ ਹੋਇਆ। ਨੈਕਸਟ ਹੈ ਸਾਡੇ ਕੋਲ ਇਹ ਤੁਸੀਂ ਕੰਟੇਨਰ ਦੇਖ ਪਾ ਰਹੇ ਹੋ। ਇਸ ਕੰਟੇਨਰ ਦੇ ਵਿੱਚ ਅਸੀਂ ਇੱਕ ਮੀਡੀਅਮ ਲਿਆ ਹੈ ਇਲੈਕਟ੍ਰੋਲਾਈਟ, ਜਿਹਦੇ ਵਿੱਚ ਅਸੀਂ ਦੇਖਿਆ ਸੀ ਕਿ ਸੋਡੀਅਮ ਨਾਈਟ੍ਰੇਟ ਲੈ ਸਕਦੇ ਹਾਂ, ਸੋਡੀਅਮ ਕਲੋਰਾਈਡ ਲੈ ਸਕਦੇ ਹਾਂ, ਸੋਡੀਅਮ ਨਾਈਟ੍ਰਾਈਟ ਲੈ ਸਕਦੇ ਹਾਂ। ਸੋ ਇਸ ਤਰ੍ਹਾਂ ਦਾ ਜੋ ਇਲੈਕਟ੍ਰੋਲਾਈਟ ਇਹਦੇ ਵਿੱਚ ਹੋਏਗਾ, ਪ੍ਰੈਜ਼ੈਂਟ ਹੋਏਗਾ, ਇਹ ਆਪਣੇ ਕੋਲ ਦੋ ਤਰ੍ਹਾਂ ਦੇ ਫੰਕਸ਼ਨ ਅਟੇਨ ਕਰੇਗਾ। ਕੀ ਫੰਕਸ਼ਨ ਕਰੂਗਾ? ਸੋ ਸਭ ਤੋਂ ਪਹਿਲਾਂ ਇਹਨਾਂ ਦੇਖਦੇ ਹਾਂ ਕਿ ਫਲੋ ਕਿਵੇਂ ਕਰੇਗਾ। ਸੋ ਇੱਥੋਂ ਦੀ ਇਹ ਹੁੰਦਾ ਹੋਇਆ ਕੰਟੇਨਰ ਦੇ ਵਿੱਚੋਂ ਫਿਲਟਰ ਹੋ ਕੇ ਇਸ ਪੰਪ ਦੇ ਦੁਆਰਾ ਇਹ ਸਿੱਧਾ ਹੀ ਗਿਆ ਵਰਕਪੀਸ ਤੇ ਟੂਲ ਦੇ ਇੰਟਰਫੇਸ ਦੇ ਵਿਚਾਲੇ। ਔਰ ਇਸ ਜਗ੍ਹਾ ਤੇ ਇਹ ਇੱਕ ਤਾਂ ਕੈਮੀਕਲ ਰਿਐਕਸ਼ਨ ਹੋਣ ਦੇ ਲਈ ਰਿਸਪੌਂਸੀਬਲ ਹੈ, ਔਰ ਦੂਸਰਾ ਕੀ ਹੈ ਕਿ ਜਿਹੜਾ ਇੱਥੇ ਮਟੀਰੀਅਲ ਸਾਡਾ ਇਰੋਡ ਹੋ ਰਿਹਾ ਉਸ ਨੂੰ ਫਲਸ਼ ਆਊਟ ਕਰਕੇ ਦੁਬਾਰਾ ਫਿਰ ਟੈਂਕ ਦੇ ਵਿੱਚ ਲੈ ਜਾਏਗਾ। ਔਰ ਜਿਵੇਂ ਟੈਂਕ ਦੇ ਵਿੱਚ ਆਇਆ ਔਰ ਫਿਲਟਰ ਨੇ ਕੀ ਕੀਤਾ, ਜਿਹੜੇ ਆਪਣੇ ਕੋਲ ਮੈਟਲ ਕੰਪੋਨੈਂਟ ਸੀਗੇ, ਜਿਹੜੇ ਇਰੋਡ ਹੋਇਆ ਹੋਇਆ ਇੱਥੋਂ ਮਟੀਰੀਅਲ, ਉਹਨੂੰ ਸੈਪਰੇਟ ਕਰਤਾ ਔਰ ਪਿਓਰ ਇਲੈਕਟ੍ਰੋਲਾਈਟ ਅੱਗੇ ਫਰਦਰ ਪਾਸ ਕਰਤਾ। ਤਾਂ ਸੋ ਇਸ ਤਰੀਕੇ ਦੇ ਨਾਲ ਇਹਦੀ ਵਰਕਿੰਗ ਜਿਹੜੀ ਆ ਉਹ ਚੱਲਦੀ ਰਹਿੰਦੀ ਹੈ। ਸੋ ਹੋਪਫੁਲੀ ਤੁਹਾਨੂੰ ਸੈਟਅਪ ਜਿਹੜਾ ਇਹ ਸਮਝ ਆ ਗਿਆ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਅਸੀਂ ਸਿਸਟਮੈਟਿਕ ਵੇ ਦੇ ਵਿੱਚ ਅਰੇਂਜ ਕੀਤਾ ਹੋਇਆ। ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਦੇ ਵਿੱਚ ਅਸੀਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੇ ਅਸੀਂ ਅਬਰੈਸਿਵ ਪਾਰਟੀਕਲਸ ਯੂਜ਼ ਕਰਦੇ ਹਾਂ, ਜਿਹੜਾ ਅਬਰੈਸਿਵ ਵੀਲ ਬਣਾਉਣ ਦੇ ਲਈ ਕੰਮ ਆਉਂਦਾ, ਉਹਦੇ ਵਿੱਚ ਅਸੀਂ ਅਬਰੈਸਿਵ ਵੀਲਸ ਦੇ ਵਿੱਚ ਕਿਹੜੇ ਅਬਰੈਸਿਵ ਪਾਰਟੀਕਲਸ ਯੂਜ਼ ਕਰ ਸਕਦੇ ਹਾਂ, ਜਿਹਦੇ ਵਿੱਚ ਹੈ ਸਾਡਾ ਬੋਰੋਨ ਕਾਰਬਾਈਡ ਹੈ, ਸਿਲੀਕਨ ਕਾਰਬਾਈਡ ਹੈ, ਐਲਮੀਨੀਅਮ ਆਕਸਾਈਡ ਹੈ, ਡਾਇਮੰਡ ਦੀ ਡਸਟ ਹੈ। ਇਹ ਕੰਪੋਨੈਂਟਸ ਜਿਹੜੇ ਨੇ ਅਸੀਂ ਯੂਜ਼ ਕਰ ਸਕਦੇ ਹਾਂ ਫॉर ਮੇਕਿੰਗ ਦਾ ਗ੍ਰਾਈਂਡਿੰਗ ਵੀਲ। ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਕੁਝ ਫੈਕਟਰਸ ਨੇ ਜਿਹੜੇ ਕਿ ਇਸ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਦੀ ਪਰਫਾਰਮੈਂਸ ਨੂੰ ਗਵਰਨ ਕਰਦੇ ਨੇ, ਇੰਪੈਕਟ ਕਰਦੇ ਨੇ। ਉਹ ਕਿਹੜੇ ਆਪਣੇ ਕੋਲ ਫੈਕਟਰਸ ਹੋ ਸਕਦੇ ਆ, ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰ ਲਈ ਜਾਵੇ ਕਰੰਟ ਸਪਲਾਈਡ, ਕਿੰਨਾ ਕਰੰਟ ਅਸੀਂ ਸਪਲਾਈ ਕਰ ਰਹੇ ਹਾਂ। ਦੂਸਰਾ ਹੈ ਰੋਟੇਸ਼ਨ ਸਪੀਡ ਆਫ ਦਾ ਗ੍ਰਾਈਂਡਿੰਗ ਵੀਲ, ਕਿ ਜੋ ਗ੍ਰਾਈਂਡਿੰਗ ਵੀਲ ਹੈ ਉਸ ਦੀ ਰੋਟੇਸ਼ਨ ਦੀ ਸਪੀਡ ਕਿੰਨੀ ਹੋ ਸਕਦੀ ਹੈ। ਨੈਕਸਟ ਹੈ ਆਪਣੇ ਕੋਲ ਵਰਕਪੀਸ ਫੀਡ ਰੇਟ, ਕਿ ਜਿਹੜਾ ਵਰਕਪੀਸ ਅਸੀਂ ਫੀਡ ਕਰ ਰਹੇ ਹਾਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਗ੍ਰਾਈਂਡਿੰਗ ਵੀਲ ਦੀ, ਉਸ ਦਾ ਫੀਡ ਰੇਟ ਕੀ ਹੈ। ਅਗਲਾ ਆ ਜਾਂਦਾ ਟਾਈਪ ਆਫ ਦਾ ਇਲੈਕਟ੍ਰੋਲਾਈਟ ਯੂਜ਼ਡ, ਇਹ ਵੀ ਬਹੁਤ ਜ਼ਿਆਦਾ ਪ੍ਰਭਾਵ ਕਰਦਾ ਕਿ ਸਾਡੇ ਕੋਲ ਇਲੈਕਟ੍ਰੋਲਾਈਟ ਕਿਹੜਾ ਅਸੀਂ ਯੂਜ਼ ਕਰ ਰਹੇ ਹਾਂ। ਨੈਕਸਟ ਹੈ ਇਲੈਕਟ੍ਰੋਲਾਈਟ ਫੀਡ ਰੇਟ, ਕਿ ਇਲੈਕਟ੍ਰੋਲਾਈਟ ਅਸੀਂ ਕਿਸ ਰੇਟ 'ਤੇ ਫੀਡ ਕਰ ਰਹੇ ਹਾਂ, ਕਿਉਂਕਿ ਜਦੋਂ ਸਾਨੂੰ ਪਤਾ ਕਿ ਗ੍ਰਾਈਂਡਿੰਗ ਵੀਲ ਤੋਂ ਵਰਕਪੀਸ ਦੇ ਉੱਤੇ ਨੈਗੇਟਿਵ ਟੂ ਪੋਜ਼ੀਟਿਵ ਜਦੋਂ ਕਰੰਟ ਫਲੋ ਕਰਦਾ ਤਾਂ ਉਹ ਸਾਡੇ ਕੋਲ ਇਲੈਕਟ੍ਰੋਲਾਈਟ ਦੇ ਵਿੱਚੋਂ ਦੀ ਹੋ ਕੇ ਜਾਂਦਾ। ਸੋ ਉਸ ਦੀ ਆਪਣੀ ਜਿੰਨਾ ਫੀਡ ਰੇਟ ਘੱਟ ਜਾਂ ਵੱਧ ਹੋਊਗਾ ਉਹ ਡਾਇਰੈਕਟਲੀ ਇੰਪੈਕਟ ਕਰੂਗਾ ਉਸ ਦੇ ਮਟੀਰੀਅਲ ਰਿਮੂਵਲ ਰੇਟ ਨੂੰ। ਨੈਕਸਟ ਉਹ ਗੱਲ ਕਰ ਰਹੇ ਆ ਵਰਕਪੀਸ ਕੈਮੀਕਲ ਪ੍ਰੋਪਰਟੀਜ਼, ਕਿ ਜੋ ਸਾਡਾ ਵਰਕਪੀਸ ਹੈ ਉਸ ਦੀਆਂ ਕੈਮੀਕਲ ਪ੍ਰੋਪਰਟੀਜ਼ ਕੀ ਨੇ, ਕਿਉਂਕਿ ਸਾਨੂੰ ਪਤਾ ਕਿ ਇੱਥੇ ਆਕਸੀਡੇਸ਼ਨ ਹੋਣੀ ਆ ਵਰਕਪੀਸ ਦੇ ਉੱਤੇ। ਸੋ ਉਹ ਜਿੰਨੀ ਆਕਸੀਡੇਸ਼ਨ ਹੋਊਗੀ ਉਹ ਡਿਪੈਂਡ ਕਰਦੀ ਹੈ ਉਸ ਦੀਆਂ ਕੈਮੀਕਲ ਪ੍ਰੋਪਰਟੀਜ਼ ਦੇ ਉੱਤੇ। ਸੋ ਇਹ ਡਾਇਰੈਕਟਲੀ ਇੰਪੈਕਟ ਕਰਦੇ ਨੇ ਕੁਝ ਪੈਰਾਮੀਟਰਸ ਉਸ ਦੇ ਮਟੀਰੀਅਲ ਰਿਮੂਵਲ ਰੇਟ ਦਾ, ਵੀ ਕਿੰਨਾ ਉਹ ਮਟੀਰੀਅਲ ਰਿਮੂਵਲ ਰੇਟ ਉਹਦਾ ਜ਼ਿਆਦਾ ਹੋਊਗਾ ਜਾਂ ਘੱਟ ਹੋਊਗਾ। ਅਗਲੇ ਟੌਪਿਕ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਐਪਲੀਕੇਸ਼ਨਸ ਆਫ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ, ਕਿ ਜਿਹੜੀ ਸਾਡੀ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਹੈ ਐਪਲੀਕੇਸ਼ਨਸ ਕਿੱਥੇ ਨੇ ਕਿੱਥੇ ਯੂਜ਼ ਹੁੰਦੀ ਹੈ। ਤਾਂ ਸਭ ਤੋਂ ਪਹਿਲਾਂ ਉਹ ਗੱਲ ਕਰ ਰਿਹਾ ਐਨ ਇਲੈਕਟ੍ਰੀਕਲੀ ਕੰਡਕਟਿਵ ਮਟੀਰੀਅਲ ਇਜ਼ ਗਰਾਊਂਡ ਬਾਏ ਦ ਇਲੈਕਟ੍ਰੋਲਾਈਟਿਕ ਪ੍ਰੋਸੈਸ, ਕਿ ਜਿਹੜੇ ਆਪਣੇ ਕੋਲ ਜਿੰਨੇ ਵੀ ਇਲੈਕਟ੍ਰੀਕਲੀ ਕੰਡਕਟਿਵ ਮਟੀਰੀਅਲਸ ਨੇ ਉਹ ਇਸ ਪ੍ਰੋਸੈਸ ਦੇ ਨਾਲ ਉਹਨਾਂ ਨੂੰ ਆਪਾਂ ਗ੍ਰਾਈਂਡ ਕਰ ਸਕਦੇ ਹਾਂ। ਨੈਕਸਟ ਉਹ ਗੱਲ ਕਰ ਰਿਹਾ ਕਟਿੰਗ ਥਿਨ ਸੈਕਸ਼ਨਸ ਆਫ ਹਾਰਡ ਮਟੀਰੀਅਲ, ਕਿ ਜਿਹੜੇ ਆਪਣੇ ਕੋਲ ਥਿਨ ਸੈਕਸ਼ਨਸ ਹੁੰਦੇ ਨੇ ਹਾਰਡ ਮਟੀਰੀਅਲਸ ਦੇ, ਜਿਵੇਂ ਕਿ ਸਾਡੇ ਕੋਲ ਹਾਰਡਨਡ ਸਟੀਲ ਹੈ, ਸੀਮੈਂਟਡ ਕਾਰਬਾਈਡ ਹੈ ਵਿਦਾਊਟ ਡੈਮੇਜ ਔਰ ਡਿਸਟੋਰਸ਼ਨ, ਕਿ ਕਿਸੇ ਵੀ ਤਰ੍ਹਾਂ ਦਾ ਡੈਮੇਜ ਜਾਂ ਡਿਸਟੋਰਸ਼ਨ ਤੋਂ ਬਿਨਾਂ ਬਿਲਕੁਲ ਐਕੂਰੇਟ ਜੋ ਸਾਡੀ ਰਿਕੁਆਇਰਮੈਂਟ ਹੈ, ਜੋ ਐਕੂਰੇਟ ਸਾਨੂੰ ਸਾਈਜ਼ ਚਾਹੀਦਾ ਹੈ ਉਹ ਸਾਈਜ਼ ਦੇ ਵਿੱਚ ਆਪਾਂ ਇਹਦੇ ਨਾਲ ਕਟਿੰਗ ਕਰ ਸਕਦੇ ਹਾਂ। ਨੈਕਸਟ ਹੈ ਸ਼ਾਰਪਨਿੰਗ ਆਫ ਦਾ ਕਾਰਬਾਈਡ ਟਿਪ ਐਂਡ ਟੂਲਸ, ਕਿ ਜਿੰਨੇ ਵੀ ਸਾਡੇ ਕੋਲ ਕਾਰਬਾਈਡ ਦੀਆਂ ਟਿਪਸ ਯੂਜ਼ ਹੁੰਦੀਆਂ ਨੇ ਕਟਿੰਗ ਵਾਸਤੇ ਜਾਂ ਟੂਲਸ ਯੂਜ਼ ਹੁੰਦੇ ਨੇ ਉਹਨਾਂ ਦੀ ਸ਼ਾਰਪਨਿੰਗ ਵਾਸਤੇ ਇਹਨੂੰ ਯੂਜ਼ ਕਰਦੇ ਹਾਂ ਇਸ ਪ੍ਰੋਸੈਸ ਨੂੰ। ਨੈਕਸਟ ਉਹ ਗੱਲ ਕਰ ਰਿਹਾ ਕੁਝ ਐਡਵਾਂਟੇਜਸ ਨੇ ਇਲੈਕਟ੍ਰੋਕੈਮੀਕਲ ਗ੍ਰਾਈਂਡਿੰਗ ਦੇ, ਉਹ ਕਿਸ ਤਰ੍ਹਾਂ ਹੋ ਸਕਦੇ ਨੇ। ਨੈਗਲੀਜੀਬਲ ਵੀਅਰ ਆਫ ਦਾ ਗ੍ਰਾਈਂਡਿੰਗ ਵੀਲ ਇਜ਼ ਦਾ ਰਿਜ਼ਲਟ ਆਫ ਦਾ ਲੌਂਗਰ ਵੀਲ ਲਾਈਫ, ਜਿਵੇਂ ਸਾਨੂੰ ਪਤਾ ਹੈ ਕਿ ਇਸ ਪ੍ਰੋਸੈਸ ਦੇ ਵਿੱਚ ਡਾਇਰੈਕਟ ਕੰਟੈਕਟ ਨਹੀਂ ਹੁੰਦਾ ਵਰਕਪੀਸ ਦੇ ਟੂਲ ਦੇ ਵਿੱਚ, ਸੋ ਉਸ ਕਰਕੇ ਉਸ ਜਗ੍ਹਾ 'ਤੇ ਜੋ ਵੀਅਰ ਟੀਅਰ ਹੋਣੀ ਹੈ ਟੂਲ ਦੀ ਉਹ ਹੈਗੀ ਆ ਬਹੁਤ ਘੱਟ, ਜਿਹਦੇ ਕਰਕੇ ਉਸ ਦੀ ਲੌਂਗਰ ਜੋ ਵੀਲ ਲਾਈਫ ਹੈ ਉਹ ਸਾਨੂੰ ਮਿਲਦੀ ਹੈ। ਵਰਕ ਇਜ਼ ਫ੍ਰੀ ਆਫ ਸਰਫੇਸ ਕ੍ਰੈਕਸ
ਐਂਡ ਡਿਸਟੋਰਸ਼ਨ ਐਜ਼ ਨੋ ਹੀਟ ਇਜ਼ ਜਨਰੇਟਡ ਇਨ ਦਾ ਪ੍ਰੋਸੈਸ, ਕਿ ਜਿਵੇਂ ਅਸੀਂ ਜਾਣਦੇ ਹਾਂ ਕਿ ਇਸ ਪ੍ਰੋਸੈਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹੀਟ ਜਨਰੇਟ ਨਹੀਂ ਹੁੰਦੀ, ਜਿਸ ਦੇ ਕਰਕੇ ਸਰਫੇਸ ਦੇ ਜਿਹੜੇ ਕ੍ਰੈਕਸ ਨੇ, ਡਿਸਟੋਰਸ਼ਨਸ ਨੇ, ਉਹ ਨਹੀਂ ਹੁੰਦੀਆਂ। ਹਾਰਡ ਮਟੀਰੀਅਲਸ ਲਾਈਕ ਕੋਬਾਲਟ, ਟੰਗਸਟਨ ਕੈਨ ਬੀ ਗਰਾਊਂਡ ਵਿਦ ਹਾਇਰ ਰੇਟ ਆਫ ਮਟੀਰੀਅਲ ਰਿਮੂਵਲ। ਜਿਵੇਂ ਕਿ ਆਪਾਂ ਹੁਣੇ ਪਹਿਲਾਂ ਗੱਲ ਕੀਤੀ ਸੀ ਕਿ ਮਟੀਰੀਅਲ ਰਿਮੂਵਲ ਰੇਟ ਸਾਡਾ ਕਿਵੇਂ ਇੰਪੈਕਟ ਹੋ ਸਕਦਾ। ਸੋ ਆਪਣੇ ਕੋਲ ਜਿੰਨੇ ਵੀ ਹਾਰਡ ਮਟੀਰੀਅਲਸ ਨੇ, ਜਿਵੇਂ ਕੋਬਾਲਟ ਹੈ, ਟੰਗਸਟਨ ਹੈ, ਇਹਨਾਂ ਨੂੰ ਆਪਾਂ ਈਜ਼ੀਲੀ ਗਰਾਊਂਡ ਕਰ ਸਕਦੇ ਹਾਂ ਔਰ ਮਟੀਰੀਅਲ ਰਿਮੂਵਲ ਰੇਟ ਵੀ ਸਾਡਾ ਹਾਈ ਹੋ ਸਕਦਾ। ਔਰ ਇਸ ਤੋਂ ਇਲਾਵਾ ਕਹਿੰਦਾ ਗੁੱਡ ਸਰਫੇਸ ਫਿਨਿਸ਼ ਵਿਦਆਊਟ ਐਨੀ ਸਟਰਕਚਰਲ ਚੇਂਜ ਇਜ਼ ਓਬਟੇਨਡ, ਕਿ ਸਟਰਕਚਰਲ ਚੇਂਜ ਤੋਂ ਬਿਨਾਂ, ਮਤਲਬ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਮਸ਼ੀਨਿੰਗ ਕਰਦੇ ਹਾਂ ਤਾਂ ਸਾਡੇ ਮਸ਼ੀਨ ਦੇ ਜੋ ਸਾਡਾ ਵਰਕ ਪੀਸ ਹੈ ਉਸਦੇ ਸਟਰਕਚਰ ਦੇ ਵਿੱਚ ਇੰਟਰਨਲ ਕੁਝ ਚੇਂਜਿਸ ਆ ਜਾਂਦੇ ਨੇ। ਤਾਂ ਇਸ ਕੇਸ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਇਫੈਕਟ ਨਹੀਂ ਪੈਂਦਾ, ਸਰਫੇਸ ਫਿਨਿਸ਼ ਸਾਨੂੰ ਬਹੁਤ ਸੋਹਣਾ ਮਿਲਦਾ। ਵੈਰੀ ਲਿਟਲ ਕਟਿੰਗ ਫੋਰਸ ਇਜ਼ ਅਪਲਾਈਡ ਔਨ ਦਾ ਵਰਕ ਪੀਸ, ਫਿਜ਼ੀਕਲ ਕੰਟੈਕਟ ਨਹੀਂ ਹੈਗਾ ਵਰਕ ਪੀਸ ਤੇ ਟੂਲ ਦੇ ਵਿੱਚ, ਜਿਹਦੇ ਕਰਕੇ ਸਾਡੇ ਕੋਲ ਕਟਿੰਗ ਜਿਹੜੀ ਫੋਰਸ ਲੱਗਦੀ ਹੈ ਉਹ ਵੀ ਨੈਗਲੀਜੀਬਲ ਹੁੰਦੀ ਹੈ। ਵੀਲ ਡਰੈਸਿੰਗ ਟਾਈਮ ਇਜ਼ ਸੇਵਡ ਐਜ਼ ਇਟ ਇਜ਼ ਰਿਕੁਆਇਰਡ ਵੈਰੀ ਰੇਅਰਲੀ। ਸਾਨੂੰ ਪਤਾ ਹੈ ਕਿ ਜਿਹੜੀ ਜਨਰਲ ਟਾਈਪ ਦੀ ਗ੍ਰਾਈਂਡਿੰਗ ਪ੍ਰੋਸੈਸ ਹੁੰਦੀ ਹੈ, ਸੋ ਉਸ ਦੇ ਵਿੱਚ ਸਾਨੂੰ ਡਰੈਸਿੰਗ ਦੀ ਟਾਈਮ ਟੂ ਟਾਈਮ ਲੋੜ ਪੈਂਦੀ ਹੈ ਔਰ ਉਹ ਪ੍ਰੋਬਲਮ ਸਾਡੇ ਕੋਲ ਇਹਦੇ ਵਿੱਚ ਨਹੀਂ ਹੁੰਦੀ। ਬਹੁਤ ਹੀ ਰੇਅਰਲੀ ਸਾਨੂੰ ਗ੍ਰਾਈਂਡਿੰਗ ਦੀ ਲੋੜ ਪੈਂਦੀ ਹੈ। ਡਰੈਸਿੰਗ ਬਹੁਤ ਹੀ ਸਾਡੇ ਕੋਲ ਰੇਅਰਲੀ ਇਹਦੇ ਵਿੱਚ ਯੂਜ਼ ਹੁੰਦੀ ਹੈ। ਨਾਲ ਹੀ ਅਸੀਂ ਗੱਲ ਕਰਦੇ ਹਾਂ ਜੀ ਇਹਦੇ ਨਾਲ ਸਾਡੇ ਕੋਲ ਕੁਝ ਡਿਸਐਡਵਾਂਟੇਜਿਸ ਵੀ ਨੇ। ਇਨੀਸ਼ੀਅਲ ਕਾਸਟ ਇਜ਼ ਮੋਰ, ਕਿ ਇਸ ਦੀ ਜੋ ਇਨੀਸ਼ੀਅਲ ਕਾਸਟ ਹੈ ਕਾफ़ੀ ਜ਼ਿਆਦਾ ਹਾਈ ਹੈ। ਪਾਵਰ ਕੰਜ਼ੰਪਸ਼ਨ ਹਾਈ ਹੈ। ਓਨਲੀ ਇਲੈਕਟ੍ਰੀਕਲੀ ਕੰਡਕਟਿਵ ਮਟੀਰੀਅਲ ਕੈਨ ਬੀ ਮਸ਼ੀਨਡ, ਕਿ ਸਿਰਫ ਤੋਂ ਸਿਰਫ ਜਿਹੜੇ ਇਲੈਕਟ੍ਰੀਕਲੀ ਕੰਡਕਟਿਵ ਮਟੀਰੀਅਲਸ ਨੇ ਉਹੀ ਅਸੀਂ ਇਸ ਪ੍ਰੋਸੈਸ ਦੇ ਥਰੂ ਮਸ਼ੀਨ ਕਰ ਸਕਦੇ ਹਾਂ, ਦੂਸਰੇ ਨਹੀਂ ਕਰ ਸਕਦੇ। ਪ੍ਰੀਵੈਂਟਿਵ ਮੇਜਰ ਆਰ ਰਿਕੁਆਇਰਡ ਅਗੇਂਸਟ ਕਰੋਜ਼ਨ ਬਾਏ ਦਾ ਇਲੈਕਟ੍ਰੋਲਾਈਟ, ਕਿ ਇਲੈਕਟ੍ਰੋਲਾਈਟ ਸਾਨੂੰ ਪਤਾ ਕਿ ਇਸ ਸਿਸਟਮ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ, ਜਿਹਦੇ ਕਰਕੇ ਸਾਡੇ ਕੋਲ ਕਰੋਜ਼ਨ ਦੇ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਆ ਔਰ ਟਾਈਮ ਟੂ ਟਾਈਮ ਸਾਨੂੰ ਇਹਨੂੰ ਪ੍ਰੀਵੈਂਟਿਵ ਮੇਨਟੇਨੈਂਸ ਜਿਹੜੀ ਹੈ ਉਹ ਦੇਣੀ ਪੈਂਦੀ ਹੈ। ਸੋ ਇਹਦੇ ਨਾਲ ਹੀ ਮੇਰੇ ਵੱਲੋਂ ਇਹ ਵੀਡੀਓ ਕੰਪਲੀਟ ਹੈ ਜੀ। ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ, ਸਮਝ ਵੀ ਆਇਆ ਹੋਵੇਗਾ। ਅਗਰ ਕਿਸੇ ਤਰ੍ਹਾਂ ਦੀ ਕੋਈ ਕੁਐਰੀ ਹੋਈ ਤਾਂ ਜ਼ਰੂਰ ਮੈਨੂੰ ਮੈਸੇਜ ਕਰਕੇ ਪੁੱਛਿਓ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।